बिस्मिल्लाहिर्रहमानिर्रहीम। ਅੱਜ ਪੰਜਾਬੀ ਇਖਤਿਆਰੀ ਦਾ ਸਾਡਾ 5ਵਾਂ ਸਬਕ ਟਾਹਲੀ ਥੱਲੇ ਜਿਹੜਾ ਕਿ ਅਸ਼ਫਾਕ ਅਹਿਮਦ ਨੇ ਲਿਖਿਆ ਹੈ। ਉਸ ਸਬਕ ਨੂੰ ਅੱਜ ਅਸੀਂ ਪੜ੍ਹਾਂਗੇ, ਨਾਲ ਨਾਲ ਸਬਕ ਦੇ ਹਵਾਲੇ ਨਾਲ ਗੱਲਬਾਤ ਵੀ ਜਿਹੜੀ ਹੈ ਨਾ ਉਹ ਕਰਦੇ ਰਹਾਂਗੇ। ਅਤੇ ਟਾਈਮ ਜ਼ਾਇਆ ਕੀਤਿਆਂ ਬਗੈਰ ਅਸੀਂ ਆਪਣੇ ਲੈਕਚਰ ਵੱਲ ਆਉਂਦੇ ਹਾਂ। ਅਤੇ ਅੱਜ ਸਾਡਾ ਜਿਸ ਟੌਪਿਕ 'ਤੇ ਲੈਕਚਰ ਹੈ ਉਹ ਟਾਹਲੀ ਥੱਲੇ ਡਰਾਮਾ ਹੈ ਅਸ਼ਫਾਕ ਅਹਿਮਦ ਦਾ। ਅਤੇ ਉਹਦੇ ਕਿਰਦਾਰ ਜਿਹੜੇ ਨੇ ਗਾਗੂ ਇੱਕ ਨੌਜਵਾਨ, ਚੌਧਰੀ ਪਿੰਡ ਦਾ ਨੰਬਰਦਾਰ, ਫੱਤੂ ਸਾਦਾ ਲੋ ਇਨਸਾਨ। ਹੁਣ ਪਹਿਲੇ ਤਾਂ ਅਸੀਂ ਅਸ਼ਫਾਕ ਅਹਿਮਦ ਬਾਰੇ ਕੁਝ ਗੱਲਾਂ ਕਰ ਲੈਂਦੇ ਹਾਂ ਕਿ ਅਸ਼ਫਾਕ ਅਹਿਮਦ 22 ਅਗਸਤ 1925 ਨੂੰ ਮੁਕਤਸਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਦਾ ਹੋਏ। ਆਪ ਦੇ ਵਾਲਿਦ ਡਾਕਟਰ ਮੁਹੰਮਦ ਖਾਨ ਵੈਟਰਨਰੀ ਡਾਕਟਰ ਸਨ। ਆਪ ਨੇ ਮੁੱਢਲੀ ਤਾਲੀਮ ਮੁਕਤਸਰ ਅਤੇ ਫਿਰੋਜ਼ਪੁਰ ਵਿੱਚ ਹਾਸਲ ਕੀਤੀ। 1947 ਵਿੱਚ ਪਾਕਿਸਤਾਨ ਆਏ। 1950 ਵਿੱਚ ਗੌਰਮੈਂਟ ਕਾਲਜ ਲਾਹੌਰ ਤੋਂ MA ਉਰਦੂ ਦਾ ਇਮਤਿਹਾਨ ਪਾਸ ਕੀਤਾ। ਫਿਰ ਦਯਾਲ ਸਿੰਘ ਕਾਲਜ ਲਾਹੌਰ ਵਿੱਚ ਲੈਕਚਰਾਰ ਹੋ ਗਏ। 1953 ਵਿੱਚ ਰੋਮ ਯੂਨੀਵਰਸਿਟੀ ਇਟਲੀ ਵਿੱਚ ਉਰਦੂ ਦੇ ਪ੍ਰੋਫੈਸਰ ਬਣ ਗਏ। ਕੁਝ ਚਿਰ ਰੇਡੀਓ ਰੂਮ ਤੋਂ ਪ੍ਰੋਗਰਾਮ ਵੀ ਪੇਸ਼ ਕਰਦੇ ਰਹੇ। ਪਾਕਿਸਤਾਨ ਪਰਤੇ ਅਤੇ ਹਫ਼ਤ ਰੋਜ਼ਾ ਲੈਲੋ ਨਿਹਾਰ ਦੇ ਐਡੀਟਰ ਬਣ ਗਏ। ਆਪਣਾ ਇੱਕ ਰਿਸਾਲਾ ਦਾਸਤਾਨ ਗੋ ਵੀ ਜਾਰੀ ਕੀਤਾ। ਕੁਝ ਅਰਸਾ ਮਰਕਜ਼ੀ ਉਰਦੂ ਸਾਇੰਸ ਬੋਰਡ ਦੇ ਡਾਇਰੈਕਟਰ ਵੀ ਰਹੇ। ਆਪ ਨੇ ਰੇਡੀਓ ਅਤੇ ਟੈਲੀਵਿਜ਼ਨ ਲਈ ਅਣਗਿਣਤ ਡਰਾਮੇ ਲਿਖੇ। ਲਾਹੌਰ ਰੇਡੀਓ ਤੋਂ ਆਪ ਦਾ ਇੱਕ ਤਵੀਲ ਅਤੇ ਦਿਲਚਸਪ ਪ੍ਰੋਗਰਾਮ ਤਲਕੀਨ ਸ਼ਾਹ ਦੇ ਨਾਂ ਨਾਲ ਚੱਲਦਾ ਰਿਹਾ। ਆਪ ਦੇ ਪੰਜਾਬੀ ਡਰਾਮਿਆਂ ਦਾ ਮਜਮੂਆ ਟਾਹਲੀ ਥੱਲੇ ਛਪ ਚੁੱਕਿਆ ਹੈ। ਆਪ ਦੇ ਡਰਾਮਿਆਂ ਵਿੱਚ ਮੁਆਸ਼ਰਤੀ ਅਤੇ ਸਮਾਜੀ ਕਦਰਾਂ ਦੀ ਤਰਜਮਾਨੀ ਦੇ ਨਾਲ ਨਾਲ ਹਾਸਾ, ਮਿਜ਼ਾਹ, ਮਿੱਠੀਆਂ ਮਿੱਠੀਆਂ ਟਕੋਰਾਂ ਅਤੇ ਮੱਧ ਦੀਆਂ ਗੱਲਾਂ ਵੀ ਹੁੰਦੀਆਂ ਨੇ। ਆਪ ਸਾਦਾ, ਆਮ ਫਹਿਮ ਅਤੇ ਮਨ ਵਿੱਚ ਖੁੱਭਣ ਵਾਲੀ ਜ਼ਬਾਨ ਦੀ ਵਰਤੋਂ ਦੇ ਨਾਲ ਨਾਲ ਪਿੰਡ ਦੇ ਅਨਪੜ੍ਹ ਤਬਕੇ ਦੀ ਬੋਲੀ ਨਾਲ ਡਰਾਮੇ ਵਿੱਚ ਮਜ਼ਾ ਪੈਦਾ ਕਰਦੇ ਸਨ। ਡਰਾਮਿਆਂ ਦਾ ਇੱਕ ਹੋਰ ਮਜਮੂਆ ਉੱਚੇ ਬੁਰਜ ਲਾਹੌਰ ਦੇ ਵੀ ਛਾਇਆ ਹੋ ਚੁੱਕਿਆ ਹੈ। 7 ਸਤੰਬਰ 2004 ਨੂੰ ਆਪਣੇ ਅੱਲਾ ਨੂੰ ਪਿਆਰੇ ਹੋ ਗਏ। ਇਹ ਸਨ ਅਸ਼ਫਾਕ ਅਹਿਮਦ ਦਾ ਤਾਰਫ। ਅਤੇ ਉਹਨਾਂ ਦੇ ਹਵਾਲੇ ਨਾਲ ਤੁਸੀਂ ਕੁਐਸਚਨ ਜਿਹੜਾ ਨਾ ਪੈਨਸਲ ਅਤੇ ਕਾਪੀ ਤੁਹਾਡੇ ਕੋਲ ਮੌਜੂਦ ਹੋਣੀ ਹੈ। ਤੁਸੀਂ ਨਾਲ ਜਿਹੜਾ ਨਾ ਅੰਡਰਲਾਈਨ ਕਰਦੇ ਜਾਣਾ ਕਿ ਅਸ਼ਫਾਕ ਅਹਿਮਦ ਕਦੋਂ ਅਤੇ ਕਿੱਥੇ ਪੈਦਾ ਹੋਏ, ਉਹ ਉਹਨਾਂ ਦੇ ਵਾਲਿਦ ਕੀ ਕੰਮ ਕਰਦੇ ਸਨ, ਉਹਨਾਂ ਨੇ MA ਦੀ ਜਿਹੜੀ ਡਿਗਰੀ ਲਈ ਹੈ ਉਹ ਕਿਹੜੇ ਸਬਜੈਕਟ ਦੀ ਸੀ, ਫਿਰ ਉਹ ਕਿਹੜੇ ਕਿਹੜੇ ਕਾਲਜ ਵਿੱਚ ਲੈਕਚਰਾਰ ਬਤੌਰ ਪੜ੍ਹਾਉਂਦੇ ਰਹੇ ਨੇ, ਜਾਂ ਉਹ ਕਿਹੜੀ ਯੂਨੀਵਰਸਿਟੀ ਜਿਹੜੀ ਰੋਮ ਦੀ ਹੈ ਜਿੱਥੇ ਉਹ ਪ੍ਰੋਫੈਸਰ ਬਣ ਕੇ ਕਿਤਨੇ ਸਨ ਕਿਹੜਾ ਸੀ 1953 ਸੀ। ਕੁਛ ਰੇਡੀਓ ਤੋਂ ਪ੍ਰੋਗਰਾਮ ਦੇ ਵਿੱਚ ਵੀ ਆਉਂਦੇ ਰਹੇ। ਫਿਰ ਪਾਕਿਸਤਾਨ ਪਰਤੇ ਅਤੇ ਫਿਰ ਕਿਹੜਾ ਰੋਜ਼ਨਾਮਾ ਜਿਹੜਾ ਹਫ਼ਤ ਰੋਜ਼ਾ ਜਾਰੀ ਕੀਤਾ, ਉਹਦਾ ਨਾਂ ਲੈ ਲਓ ਨਿਹਾਰ ਹੈ, ਉਹਦੇ ਐਡੀਟਰ ਬਣੇ। ਅਤੇ ਫਿਰ ਦਾਸਤਾਨ ਗੋ ਆਪਣਾ ਇੱਕ ਰਸਾਲਾ ਵੀ ਜਾਰੀ ਕੀਤਾ। ਇਹ ਮੁਖਤਲਿਫ ਹਰ ਇੱਕ ਕੁਐਸਚਨ ਬਣਦਾ ਜਾਂਦਾ। ਅਤੇ ਕੁਝ ਅਰਸਾ ਮਰਕਜ਼ੀ ਉਰਦੂ ਸਾਇੰਸ ਬੋਰਡ ਦੇ ਡਾਇਰੈਕਟਰ ਵੀ ਹੈ। ਕੁਝ ਚਿਰ ਜਿਹੜਾ ਨਾ ਉਹ ਸਾਇੰਸ ਬੋਰਡ ਦੇ ਜਿਹੜੇ ਨੇ ਉਹ ਡਾਇਰੈਕਟਰ ਵੀ ਰਹੇ ਨੇ। ਫਿਰ ਉਹਨਾਂ ਰੇਡੀਓ ਅਤੇ ਟੈਲੀਵਿਜ਼ਨ ਲਈ ਅਣਗਿਣਤ ਡਰਾਮੇ ਲਿਖੇ ਨੇ। ਉਹਨਾਂ ਦਾ ਕੀ ਕੰਮ ਹੈ ਜਾਂ ਪੰਜਾਬੀ ਨੂੰ ਉਹਨਾਂ ਦੀ ਕਿਹੜੀ ਦੇਣ ਹੈ, ਉਹਦੇ ਹਵਾਲੇ ਨਾਲ ਤੁਸੀਂ ਇਹ ਜਵਾਬ ਦੇ ਸਕਦੇ ਹੋ। ਲਾਹੌਰ ਰੇਡੀਓ ਤੋਂ ਆਪ ਦਾ ਇੱਕ ਤਵੀਲ ਅਤੇ ਦਿਲਚਸਪ ਪ੍ਰੋਗਰਾਮ ਜਿਹੜਾ ਤਲਕੀਨ ਸ਼ਾਹ ਦੇ ਨਾਲ ਨਾਲ ਵਾਹਵਾ ਚੱਲਦਾ ਰਿਹਾ। ਅਤੇ ਫਿਰ ਪੰਜਾਬੀ ਡਰਾਮਿਆਂ ਦਾ ਮਜਮੂਆ ਜਿਹੜਾ ਹੈ ਟਾਹਲੀ ਥੱਲੇ ਛਪ ਚੁੱਕਿਆ ਹੈ। ਉਹਨਾਂ ਦੇ ਪੰਜਾਬੀ ਡਰਾਮਿਆਂ ਦੇ ਮਜਮੂਏ ਦਾ ਨਾਂ ਕੀ ਹੈ? ਟਾਹਲੀ ਥੱਲੇ। ਅਤੇ ਉਹਨਾਂ ਡਰਾਮਿਆਂ ਵਿੱਚ ਮੁਆਸ਼ਰਤੀ ਕਦਰਾਂ ਦੀ ਤਰਜਮਾਨੀ ਦੇ ਨਾਲ ਨਾਲ ਮਿੱਠੀਆਂ ਮਿੱਠੀਆਂ ਗੱਲਾਂ, ਤੰਜ਼ੀਆ ਅਲਫਾਜ਼ ਜਿਹੜੇ ਨੇ ਮਾੜੇ ਮੋਟੇ ਵਰਤ ਕੇ ਲੋਕਾਂ ਨੂੰ ਉਸ ਨੂੰ ਸਿਖਾਇਆ ਗਿਆ। ਮਿੱਠੀਆਂ ਮਿੱਠੀਆਂ ਟਕੋਰਾਂ ਰਾਹੀਂ ਮੱਧ ਦੀਆਂ ਗੱਲਾਂ ਸਮਝਾਈਆਂ ਗਈਆਂ ਨੇ। ਅਤੇ ਸਾਦਾ ਅਤੇ ਆਮ ਫਹਿਮ ਜ਼ੁਬਾਨ ਜਿਹੜੀ ਬਿਲਕੁਲ ਹਰ ਬੰਦੇ ਨੂੰ ਜਾਣੂ ਹੈ, ਉਸ ਤੋਂ ਵਾਕਫ ਹੋਵੇ, ਇਹੋ ਜਿਹੀ ਜ਼ੁਬਾਨ ਜਿਹੜੀ ਸਾਦਾ ਜਿਹੇ ਪਿੰਡਾਂ ਦੇ ਵਿੱਚ ਬੋਲੀ ਜਾਂਦੀ ਹੈ, ਨਾ ਕਿ ਔਖੇ ਔਖੇ ਅਲਫਾਜ਼ ਵਰਤੇ ਨੇ, ਬਲਕਿ ਬਿਲਕੁਲ ਸਾਦਾ ਜਿਹੇ ਅਨਪੜ੍ਹ ਤਬਕੇ ਦੀ ਬੋਲੀ ਦੇ ਵਿੱਚ ਹੀ ਉਹਨਾਂ ਨੇ ਮਿਜ਼ਾਹ ਦਾ ਢੰਗ ਜਿਹੜਾ ਨਾ ਆਪਣੇ ਡਰਾਮਿਆਂ ਪੈਦਾ ਕੀਤਾ ਹੈ। ਅਤੇ ਉਹਨਾਂ ਦਾ ਇੱਕ ਡਰਾਮਿਆਂ ਦਾ ਹੋਰ ਮਜਮੂਆ ਹੈ ਉੱਚੇ ਬੁਰਜ ਲਾਹੌਰ ਦੇ, ਉਹ ਵੀ ਛਾਇਆ ਹੋ ਚੁੱਕਿਆ ਹੈ। ਅਤੇ 7 ਸਤੰਬਰ ਨੂੰ 2004 ਨੂੰ ਆਪਣੇ ਅੱਲਾ ਨੂੰ ਪਿਆਰੇ ਕਦੋਂ ਵਫਾਤ ਪਾਈ। ਅੱਗੇ ਹੁਣ ਡਰਾਮਾ ਹੈ, ਉਹ ਡਰਾਮੇ ਦੇ ਕਿਰਦਾਰ ਕਿਹੜੇ ਕਿਹੜੇ ਨੇ? ਪਹਿਲਾ ਕਿਰਦਾਰ ਹੈ ਗਾਗੂ, ਇੱਕ ਨੌਜਵਾਨ। ਇਹ ਨਸ਼ਈ ਹੁੰਦਾ ਹੈ ਜਿਹੜਾ ਆਪਣੇ
ਦੇਸ਼ ਦੇ ਵਿੱਚ ਜਦੋਂ ਲਾਮ ਯਾਨੀ ਜੰਗ ਲੱਗਦੀ ਏ ਉਸ ਦੇ ਵਿੱਚ ਐਲਾਨ ਹੁੰਦਾ ਰੇਡੀਓ ਤੋਂ, ਤੇ ਇਹ ਨੌਜਵਾਨ ਜਿਹੜਾ ਨਾ ਖੂਨ ਦੇਣ ਲਈ ਸ਼ਹਿਰ ਚਲਾ ਜਾਂਦਾ ਹੈ। ਅਤੇ ਇਹਦੇ ਪਿੰਡ ਦੇ ਚੌਧਰੀ ਤੇ ਉਹ ਸਾਰੇ ਲੱਭਦੇ ਫਿਰਦੇ ਨੇ ਕਿ ਉਹ ਗਾਗੂ ਕਿੱਥੇ ਗਿਆ, ਗਾਗੂ ਕਿੱਥੇ ਗਿਆ। ਪਤਾ ਲੱਗਦਾ ਜੀ ਕੁਝ ਦਿਨਾਂ ਬਾਅਦ, ਇਹ ਇੱਕ ਦੇ ਦਿਨ ਬਾਅਦ ਖੂਨ ਦੇ ਇੱਕ ਵਾਪਸੀ ਆਉਂਦਾ ਅਤੇ ਉਹ ਇਹਦੀ ਬਾਂਹ ਤੋਂ ਫੱਦੇ ਨੇ ਅਤੇ ਇਹਨੂੰ ਦਰਦ ਹੁੰਦੀ ਹੈ ਅਤੇ ਝਟਕਾ ਲੈ ਕੇ ਪਿੱਛੇ ਆਉਂਦਾ ਅਤੇ ਪਤਾ ਲੱਗਦਾ ਜੀ ਬਾਅਦ ਵਿੱਚ ਇਹਦੇ ਕੋਲ ਪੁੱਛਤਾਛ ਹੁੰਦੀ ਹੈ ਅਤੇ ਕਹਿੰਦਾ ਕਿ ਮੈਨੂੰ ਫੌਜੀ ਜਿਹੜੇ ਮੇਰੇ ਵੀਰ ਜਵਾਨ ਨੇ ਜੰਗ ਲੜਦੇ ਨੇ ਫਰੰਟ ਲਾਈਨ 'ਤੇ, ਅਤੇ ਮੈਂ ਵੀ ਆਖਿਆ ਮੈਂ ਵੀ ਆਪਣਾ ਇਸ ਹਿੱਸਾ ਪਾਵਾਂ ਜੰਗ ਵਿੱਚ। ਅਤੇ ਉਹ ਨਸ਼ਈ ਜਿਹੜਾ ਉਹ ਆਪਣਾ ਖੂਨ ਦੀ ਬੋਤਲ ਦੇ ਜਾਂਦਾ ਅਤੇ ਮੈਂ ਤਾਂ ਉਹ ਕਹਿੰਦਾ ਕਿ ਮੇਰਾ ਤਾਂ ਜ਼ਿੱਦ ਸੀ ਕਿ ਹੋਰ ਬੋਤਲਾਂ ਖੂਨ ਦੀਆਂ ਲੈ ਲਓ, ਲੇਕਿਨ ਉਹਨਾਂ ਮੇਰੀ ਇੱਕੋ ਬੋਤਲ ਲਈ ਹੈ। ਫਿਰ ਚੌਧਰੀ ਪਿੰਡ ਦਾ ਨੰਬਰਦਾਰ ਜਿਹੜਾ ਉਹ ਬੜਾ ਇੱਕ ਨੇਕ ਇਨਸਾਨ ਹੁੰਦਾ, ਜਦੋਂ ਇਹ ਸਾਰੀ ਗੱਲ ਸੁਣਦਾ ਹੈ ਨਾ ਉਹਨੂੰ ਗਾਗੂ ਨੂੰ ਥਾਪੜਾ ਦੇ ਕੇ ਆਉਂਦਾ, ਪੁੱਤਰ ਤੇਰੇ ਹੁੰਦਿਆਂ ਮੇਰੇ ਮੁਲਕ 'ਤੇ ਕੋਈ ਆਂਚ ਨਹੀਂ ਆ ਸਕਦੀ। ਫੱਤੂ ਸਾਦਾ ਲੋ ਇਨਸਾਨ ਹੈ ਜਿਹੜਾ ਗਾਉਂਦਾ ਵੀ ਹੈ, ਨਾਲ ਨਾਲ ਭੇਡਾਂ ਬੱਕਰੀਆਂ ਜਿਹੜਾ ਨਾ ਉਹ ਚਰਾਉਂਦਾ ਹੈ। ਅਤੇ ਹੁਣ ਡਰਾਮੇ ਦਾ ਆਗਾਜ਼ ਹੈ, ਡਰਾਮਾ ਸ਼ੁਰੂ ਕਰਦੇ ਹਾਂ ਅਤੇ ਨਾਲ ਨਾਲ ਅਸੀਂ ਗੱਲ ਜਿਹੜੀ ਹੈ ਨਾ ਸਮਝਾਉਂਦੇ ਵੀ ਜਾਵਾਂਗੇ। ਗਾਗੂ ਪਹਿਲਾ ਕਿਰਦਾਰ ਹੈ ਗਾਗੂ। ਗਾਗੂ ਤੋਂ ਡਰਾਮਾ ਸ਼ੁਰੂ ਹੁੰਦਾ। ਜ਼ਮੀਨ 'ਤੇ ਟਾਹਲੀ ਵਾਲੇ ਥੜੇ ਨਾਲ ਟੇਕ ਲਾਈ ਬੈਠਾ ਹੈ। ਉਹ ਸਿਰ ਚੁੱਕ ਕੇ ਟਾਹਲੀ ਵੱਲ ਵੇਖਦਾ ਹੈ ਅਤੇ ਮੁਸਕਰਾਉਂਦਾ ਹੈ ਅਤੇ ਦੌਲੂ ਗਾਉਂਦਾ ਹੈ। ਹੁਣ ਦੌਲੂ ਦੇ ਕਿਹੜੇ ਉਹ ਅਲਫਾਜ਼ ਨੇ, ਜਿਨ੍ਹਾਂ ਨੂੰ ਦਿੱਤਾ ਗੁਸਲ ਫਰਿਸ਼ਤਿਆਂ ਪੜ੍ਹ ਸ਼ਰਤ ਸਵਾਬੀ, ਸਿਰ ਦਿੰਦੇ ਰੱਬ ਦੇ ਵਾਸਤੇ ਖੁਦ ਥੀਂਦੇ ਗਾਜ਼ੀ, ਹੂਰਾਂ ਪਾਈਆਂ ਕੱਪੜੇ ਪੋਸ਼ਾਕ ਗੁਲਾਬੀ, ਅਤੇ ਉਹਨਾਂ ਜਾ ਕੇ ਪਾਈ ਵਹਿਸ਼ਤ ਵਿੱਚ ਸ਼ਹਾਦਤ ਸ਼ਾਦੀ, ਅਤੇ ਉਹ ਜਾ ਹਜ਼ੂਰ ਰਸੂਲ ਦੇ ਹੋਏ ਮਹਿਰਾਜੀ। ਯਾਨੀ ਕਿ ਤਾਰੀਫ ਕਰ ਰਿਹਾ ਹੈ ਕਿ ਜਿਨ੍ਹਾਂ ਨੂੰ ਫਰਿਸ਼ਤਿਆਂ ਜਿਹੜਾ ਨਾ ਗੁਸਲ ਦਿੱਤਾ ਹੈ, ਫਿਰ ਉਹਨਾਂ ਨੂੰ ਕੱਪੜੇ ਜਿਹੜੇ ਨੇ ਉਹ ਜੰਨਤ ਵਿੱਚੋਂ ਹੂਰਾਂ ਨੇ ਪੋਸ਼ਾਕਾਂ ਸੀ ਕਿ ਜਿਹੜਾ ਇਹਨਾਂ ਵਾਸਤੇ ਗਲੀਆਂ ਨੇ, ਅਤੇ ਉਹ ਜਿਹੜੇ ਆਪਣੇ ਨਾਨੇ ਦਾ ਦੀਨ ਬਚਾਉਣ ਲਈ ਕਰਬਲ ਦੀ ਧਰਤੀ ਕਰਬਲ ਦੀ ਸਰਜ਼ਮੀਨ 'ਤੇ ਜਿਹੜਾ ਸ਼ਹਾਦਤ ਉਹਨਾਂ ਪਾਈ ਹੈ, ਆਪਣੇ 72 ਜਿਹੜੇ ਨੇ ਲਾਸ਼ੇ ਜਿਹੜੇ ਨੇ ਇਮਾਮ ਹੁਸੈਨ ਨੇ ਉਹ ਦਿੱਤੇ ਨੇ, ਅਤੇ ਉਹਨਾਂ ਦੇ ਵਿੱਚੋਂ ਗਾਜ਼ੀ ਦਾ ਲਕਬ ਵੀ ਰਿਹਾ ਹਜ਼ਰਤ ਅਬਾਸ ਵੱਲ ਇਸ਼ਾਰਾ ਹੈ। ਅਤੇ ਉਹਨਾਂ ਦੇ ਵਿੱਚੋਂ ਇਹਨਾਂ ਜਾ ਕੇ ਜੰਨਤ ਦੇ ਜਵਾਨਾਂ ਦੇ ਸਰਦਾਰ ਹਸਨ ਅਤੇ ਹੁਸੈਨ ਨੇ, ਇਹਨਾਂ ਨੇ ਜੰਨਤ ਦੇ ਵਿੱਚ ਜਾ ਕੇ ਸ਼ਹਾਦਤ ਮਤਲਬ ਅਸੀਂ ਜ਼ਿੰਦਾ ਮੰਨਦੇ ਹਾਂ ਕਿ ਉਹਨਾਂ ਨੂੰ ਮੌਤ ਨਹੀਂ ਆਉਂਦੀ, ਉਹ ਅਮਰ ਹੋ ਜਾਂਦੇ ਨੇ। ਉਹ ਜਾ ਰਸੂਲ, ਫਿਰ ਰਸੂਲ ਪਾਕ ਦੇ ਉਹ ਮਿਰਾਜ ਦੇ ਵਾਕਿਆ ਵੱਲ ਇਸ਼ਾਰਾ ਕਰਦਾ ਕਿ ਉਹ ਮਿਰਾਜ 'ਤੇ ਜਦੋਂ ਹਜ਼ੂਰ ਪਾਕ ਐਨ ਸਾਹਮਣੇ ਰੱਬ ਤਾਲਾ ਦੀ ਜ਼ਾਤ ਦੇ ਨਾਲ ਹਮ ਕਲਾਮ ਹੋਏ। ਦੌਲੂ ਚੁੱਪ ਹੋ ਜਾਂਦਾ ਹੈ। ਅੱਗੇ ਫੱਤੂ, ਵਾਹ ਬਈ ਨਹੀਂ ਰੀਸਾਂ ਤੇਰੀਆਂ, ਕਿੱਧਰ ਨੇ ਬੱਕਰੀਆਂ। ਦੌਲੂ, ਇੱਧਰ ਕਿੱਧਰ ਚਰਦੀਆਂ ਫਿਰਦੀਆਂ ਨੇ, ਪਰ ਹੁਣ ਇਹਨਾਂ ਬੱਕਰੀਆਂ ਵਿੱਚ ਦਿਲ ਨਹੀਂ ਲੱਗਦਾ ਮੇਰਾ, ਬੱਲੇ ਵੀ ਜੰਮਣਾ ਤੇਰਾ ਹੀ ਹੈ। ਦੌਲੂ ਗਾਉਂਦਾ ਹੈ, ਅੱਵਲ ਦਿੱਲੀ ਤਰਾ ਕਰ ਆਪਣੀ ਵਸਾਈ, ਫਿਰ ਲਈ ਚੌਹਾਨਾ ਅੰਗ ਖੁਸ਼ ਕਰ ਲਾਈ, ਫਿਰ ਲਈ ਗੌਰੀਆਂ ਕੋਈ ਮੁੱਦਤ ਵਸਾਈ, ਫਿਰ ਲਈ ਪਠਾਣਾ ਘਰ ਚੌਥੇ ਆਈ, ਫਿਰ ਲਈ ਚੁਗਤਿਆਂ ਘੱਤ ਮਾਰ ਕੁਟਾਈ, ਹੁਣ ਵਾਰੀ ਮੇਰੀ ਦਿਲੀਏ ਫਿਰੇ ਮੂੰਹ ਲੁਕਾਈ। ਹੁਣ ਦੌਲੂ ਆਉਂਦਾ ਵੀ ਪਹਿਲਾਂ ਤਾਂ ਜਿਹੜੀ ਹੈ ਨਾ ਇੱਕ ਵਾਰੀ ਦਿੱਲੀ ਜਿਹੜੀ ਹੈ ਨਾ ਉਹ ਤਬਾਹ ਹੋਈ, ਫਿਰ ਜਨਾਬ ਦੁਬਾਰਾ ਆਬਾਦ ਹੋਈ, ਫਿਰ ਉਹ ਆਉਂਦਾ ਫਿਰ ਚੌਹਾਨ ਆਏ, ਉਹਨਾਂ ਨੇ ਇਸ ਦੇ ਉੱਤੇ ਆਪਣੇ ਰੰਗ ਲਾਏ, ਫਿਰ ਉਹਨਾਂ ਤੋਂ ਗੌਰੀ ਆਏ, ਉਹਨਾਂ ਕਾਫੀ ਅਰਸਾ ਜਿਹੜਾ ਨਾ ਦਿੱਲੀ 'ਤੇ ਹਕਮਰਾਨੀ ਕੀਤੀ, ਉਸ ਤਖਤ ਰਿਹਾ ਇੱਥੇ। ਫਿਰ ਜਿਹੜੇ ਨੇ ਪਠਾਨ ਆਏ, ਫਿਰ ਚੁਗੱਤੇ ਆਏ, ਫਿਰ ਹੁਣ ਜਦੋਂ ਮੇਰੀ ਵਾਰੀ ਆਈ ਹੈ ਅਤੇ ਹੁਣ ਉਹ ਆਉਂਦਾ ਦਿੱਲੀਏ ਤੂੰ ਕਿਤੇ ਮੂੰਹ ਲੁਕਾਈ ਫਿਰਦੀ, ਹੁਣ ਤਾਂ ਮੈਂ ਜਿਹੜਾ ਨਾ ਇਸ ਦਾ ਇਹਦੀ ਹਕੂਮਤ ਕਰਨੀ ਹੈ। ਦੌਲੂ ਗੀਤ ਗਾਉਂਦਾ ਹੈ, ਲਾਠੀ ਟੇਕਦਾ ਹੈ, ਅਗਾਂਹ ਨੂੰ ਵੱਧ ਜਾਂਦਾ ਹੈ। ਫੱਤੂ ਬੜੇ ਹੌਸਲੇ ਵਾਲਾ ਬੰਦਾ ਹੈ ਕਿ ਨਹੀਂ ਗਾਗੂ। ਗਾਗੂ, ਓਏ ਇਸ ਪਿੰਡ ਦੇ ਸਾਰੇ ਹੀ ਹੌਸਲੇ ਵਾਲੇ ਬੰਦੇ ਨੇ। ਫੱਤੂ, ਆਖੇ ਵੇਲੇ ਦੀ ਨਮਾਜ਼ ਅਤੇ ਕਵੇਲੇ ਦੀਆਂ ਟੱਕਰਾਂ, ਹੁਣ ਕੋਈ ਵੇਲਾ ਰਹਿ ਗਿਆ ਏ ਬੇਹੌਸਲਾ ਹੋਣ ਦਾ। ਮੈਂ ਕਿਹਾ ਗਾਗੂ ਤੇਰੀ ਆਵਾਜ਼ ਨੂੰ ਕੀ ਹੋ ਗਿਆ ਹੈ ਯਾਰ। ਗਾਗੂ, ਕਿਉਂ। ਫੱਤੂ, ਓਏ ਇਹ ਤਾਂ ਸਿੱਧੀ ਜਿਹੀ ਗੱਲ ਹੈ ਕਿ ਸਾਡੇ ਵਰਗੀ, ਪਹਿਲਾਂ ਜਦੋਂ ਤੂੰ ਬੋਲਦਾ ਸੈਂ ਐਵੇਂ ਲੱਗਦਾ ਸੀ ਜਿਵੇਂ ਘੜੇ ਵਿੱਚ ਮੱਖੀ ਮਿਰਜ਼ਾ ਸਾਹਿਬਾਂ ਗਾਉਂਦੀ ਹੋਵੇ। ਹੁਣ ਵੀ ਕੁਤੰਜ਼ੀਆ ਘੜੇ ਦੇ ਵਿੱਚ ਮੱਖੀ ਮਿਰਜ਼ਾ ਸਾਹਿਬਾਂ ਗਾਉਂਦੀ ਹੋਵੇ। ਹੁਣ ਤਾਂ ਮਾਸ਼ਾ ਅੱਲਾ ਤੇਰੀ ਆਵਾਜ਼ ਵਾਹ ਵਾਹ ਹੋ ਗਈ ਏ, ਅਤੇ ਨਾਲੇ ਲੰਮ ਲੇਟ ਜਿਹਾ ਹੋਇਆ, ਕੀ ਹੋਇਆ ਪਿਆ ਏ ਤੈਨੂੰ। ਗਾਗੂ, ਐਵੇਂ ਬਸ ਟਾਹਲੀ ਦੇ ਪੱਤਰਾਂ 'ਤੇ ਪਿਆਰ ਆਉਂਦਾ ਪਿਆ ਸੀ, ਟਾਹਣੀਆਂ ਬਾਹਾਂ ਹਿਲਾ ਹਿਲਾ ਕੇ ਮੈਨੂੰ ਕੋਲ ਬੁਲਾ ਲਿਆ ਅਤੇ ਮੈਂ ਬਹਿ ਗਿਆ,
ਫਿਰ ਵੇਖਦਾ ਰਿਹਾ ਤੇ ਵੇਖਦਾ ਹੀ ਰਿਹਾ। ਫੱਤੂ ਲੈ ਸੱਚ ਮੈਂ ਤੇ ਭੁੱਲ ਹੀ ਗਿਆ, ਤੇਰਾ ਤੇ ਨਾ ਪਤਾ ਦੇ ਦਿੱਤਾ ਹੈ ਚੌਂਕੀ ਵਿੱਚ ਚੌਧਰੀ ਨੇ ਬਈ 3 ਦਿਨਾਂ ਦਾ ਸਾਡਾ ਪਿੰਡ ਦਾ ਅਮਲੀ ਗਾਗੂ ਪੱਗ ਜੁੱਤੀਆਂ ਸਣੇ ਗਾਇਬ ਏ ਤੇ ਕੋਈ ਉਹਦੀ ਹਰਜ ਮਰਜ ਦਾ ਜ਼ਿੰਮੇਦਾਰ ਨਹੀਂ। ਤੇ ਤੂੰ ਹੁਣ ਕਿੱਥੋਂ ਆ ਗਿਆ ਏ? ਗਾਗੂ ਕਿਧਰੋਂ ਨਹੀਂ, ਬਸ ਇੱਥੇ ਹੀ ਸੀ, ਸ਼ਹਿਰ ਗਿਆ ਸੀ, ਸ਼ਹਿਰੋਂ ਹੀ ਵਾਪਸ ਆ ਗਿਆ। ਫੱਤੂ ਲੈ ਫਿਰ ਹੁਣ ਜਦੋਂ ਚੌਧਰੀ ਨੂੰ ਪਤਾ ਲੱਗਾ ਨਾ ਬਈ ਤੂੰ ਟਾਹਲੀ ਥੱਲੇ ਏ ਤੇ ਉਸ ਤੇਰੀ ਵਾਹ ਖੁੰਬ ਪੱਟਣੀ ਠੱਪਣੀ ਏ। ਗਾਗੂ ਫਿਰ ਕੀ ਹੋਇਆ ਜੋ ਉਸ ਖੁੰਬ ਠੱਪ ਛੱਡੀ? ਆਪਣਾ ਚੌਧਰੀ ਜੋ ਹੋਇਆ ਸਾਡਾ ਵੱਡਾ ਵੀਰ, ਪਰ ਤੂੰ ਚੌਧਰੀ ਨੂੰ ਕਿਧਰੇ ਭਾਲਦਾ ਫਿਰਦਾ ਹੈ? ਫੱਤੂ ਮੈਂ ਚੌਧਰੀ ਨੂੰ ਭਾਲਣਾ ਫਿਰਨਾ ਤੈਨੂੰ ਕਿਸੇ ਦੱਸਿਆ ਹੈ? ਮੇਰਾ ਕੀ ਕੰਮ ਹੈ ਚੌਧਰੀ ਨਾਲ? ਗਾਗੂ ਕੰਮ ਹੋਵੇ ਜਾਂ ਨਾ ਹੋਵੇ ਭਾਲਦਾ ਤਾਂ ਫਿਰਦਾ ਹੈ। ਫੱਤੂ ਲੈ ਹੈ ਫਿਰ ਉਹ ਗੱਲ ਓਏ ਤੈਨੂੰ ਕਿਸੇ ਦੱਸਿਆ ਏ? ਐਵੇਂ ਖਵਾ ਮਖਾ। ਗਾਗੂ ਓਏ ਝੱਲਿਆ ਚੌਧਰੀ ਨੂੰ ਤੇ ਆਵਾਜ਼ਾਂ ਮਾਰਦਾ ਤੂੰ ਇੱਧਰ ਆਇਆ ਸੀ ਤੇ ਹੁਣ ਮੈਥੋਂ ਹੀ ਪੁੱਛਣ ਡੈ ਪਿਆ ਏ ਭਈ ਮੈਨੂੰ ਕਿਸ ਦੱਸਿਆ ਏ? ਫੱਤੂ ਚੌਧਰੀ ਨੂੰ ਆਹੋ ਵਸੇ ਨੂੰ ਤੇ ਮੈਂ ਲੱਭਣਾ ਫਿਰਨਾ। ਆਹੋ ਉਸੇ ਨੂੰ ਤੇ ਮੈਂ ਲੱਭਣਾ ਫਿਰਨਾ। ਚੰਗਾ ਬੰਦਾ ਏ, ਮੈਥੋਂ ਲੁਕਾਈ ਜਾਂਦਾ ਏ ਸਭ ਕੁਛ ਕਿੱਧਰ ਗਿਆ ਏ? ਗਾਗੂ ਹੱਸ ਕੇ ਲੈ ਹੈ ਮੈਨੂੰ ਕੀ ਪਤਾ ਕਿੱਧਰ ਗਿਆ ਏ, ਉੱਧਰ ਹੋਵੇਗਾ ਪੈਲੀਆਂ ਵੱਲ। ਫੱਤੂ ਪੈਲੀਆਂ ਵੱਲ ਉਹਦਾ ਕੀ ਏ? ਉਹ ਤੇ ਫੜਨ ਗਿਆ ਏ ਜਸੂਸਾਂ ਨੂੰ। ਗਾਗੂ ਜਸੂਸਾਂ ਨੂੰ? ਕਿੱਧਰ ਨੇ ਜਸੂਸ? ਫੱਤੂ ਲੈ ਉਹ ਕੋਈ ਮੈਨੂੰ ਹਾਜ਼ਰੀ ਦੇ ਕੇ ਜਾਂਦੇ ਨੇ ਜੋ ਮੈਂ ਤੈਨੂੰ ਦੱਸ ਦਿਆਂ ਬਈ ਕਿੱਥੇ ਨੇ। ਜੰਗਲਾਂ ਵੇਲਿਆਂ ਵਿੱਚ ਲੁਕਦੇ ਫਿਰਦੇ ਨੇ। ਗਾਗੂ ਤੇ ਤੂੰ ਨਾਲ ਨਹੀਂ ਗਿਆ ਪਾਗਲਾ? ਮੈਂ ਕਿਵੇਂ ਜਾਂਦਾ ਚੌਧਰੀ ਨਾਲ? ਚੰਗਾ ਕੰਮ ਹੁੰਦਾ ਏ ਉਹਦੇ ਤੇ ਆਪ ਟੁਰ ਪੈਂਦਾ ਏ, ਜਿਹੜਾ ਮਾੜਾ ਮਾਮੂਲੀ ਕੰਮ ਹੁੰਦਾ ਏ ਉਹਦੇ ਤੇ ਮੈਨੂੰ ਬਹਾ ਜਾਂਦਾ ਏ। ਗਾਗੂ ਓਏ ਤੂੰ ਕਿਹੜੇ ਕੰਮੀ ਲੱਗਿਆ ਏ? ਇਹਦੇ ਤੋਂ ਵੱਧ ਕੇ ਹੋਰ ਕਿਹੜਾ ਕੰਮ ਸੀ ਭਲਾ? ਫੱਤੂ ਮੈਨੂੰ ਦੇ ਗਿਆ ਸੀ ਖਤਾਈਆਂ ਦੇ ਬਿਸਕਿਟਾਂ ਦੇ ਡੱਬੇ ਭਾਈ ਇਹਨਾਂ ਦੀਆਂ ਪੋਟਲੀਆਂ ਬਣਾਈ ਆ ਆਪਾਂ ਲਾਮ ਤੇ ਭੇਜਣੀਆਂ ਨੇ ਆਪਣੇ ਭਰਾਵਾਂ ਨੂੰ ਜਿਹੜੇ ਉੱਥੇ ਲੜਦੇ ਪਏ ਨੇ। ਗਾਗੂ ਓਏ ਤੂੰ ਐਵੇਂ ਇਹਨੂੰ ਮਾੜਾ ਕੰਮ ਸਮਝਦਾ ਹੈ? ਉਹਨਾਂ ਲਈ ਤੇ ਜੋ ਕੁਛ ਵੀ ਹੋਵੇ ਜਿੰਨਾ ਵੀ ਹੋਵੇ ਥੋੜ੍ਹਾ ਏ, ਮੇਰੇ ਵਰਗੇ ਮਰਦੂਦ ਤੇ ਕਿਸੇ ਜੋਗੇ ਨਹੀਂ। ਤੇ ਮੈਂ ਵੀ 2-2 ਹੱਥ ਵਿਖਾਉਂਦਾ। ਫੱਤੂ 2-2 ਹੱਥ ਵਿਖਾਉਂਦਾ? ਫਰੰਟ ਤੇ ਵਿਖਾਵੀਂ। ਆਪਣਾ ਭਰਾ ਖੁਸ਼ੀ ਮੁਹੰਮਦ ਸਾਡੇ ਸਿਰ ਦੀ ਪੱਗ ਤੇ ਮੱਥੇ ਦੀ ਕਲਗੀ ਮੈਂ ਉਸੇ ਦੀ ਚਿੱਠੀ ਲੈ ਕੇ ਆਇਆ ਸੀ ਚੌਧਰੀ ਨੂੰ ਵਿਖਾਣ, ਪਰ ਕੋਈ ਪਤਾ ਨਹੀਂ ਦੱਸ ਰਿਹਾ। ਗਾਗੂ ਚਿੱਠੀ? ਓਏ ਚਿੱਠੀ ਮੇਰੇ ਭਰਾ ਖੁਸ਼ੀ ਮੁਹੰਮਦ ਦੀ ਚਿੱਠੀ। ਓਏ ਜ਼ਾਲਮਾ ਮੈਨੂੰ ਵੀ ਦੱਸ ਕੀ ਲਿਖਿਆ ਏ ਉਸ ਨੇ? ਫੱਤੂ ਚਿੱਠੀ ਸੁਣਨੀ ਆ ਖੁਸ਼ੀ ਮੁਹੰਮਦ ਦੀ? ਖੜ ਜਾ ਲੈ ਤੂੰ ਇੱਥੇ ਬਹਿ ਚੌਂਤਰੇ ਤੇ। ਗਾਗੂ ਚੌਂਤਰੇ ਉੱਤੇ ਬਹਿ ਜਾਂਦਾ ਹੈ। ਫੱਤੂ ਖਿਸਕੀਆ ਫੋਲ ਕੇ ਚਿੱਠੀ ਕੱਢਦਾ ਹੈ। ਲੈ ਗੌਰ ਨਾਲ ਸੁਣੀ ਤੇ ਮੇਰੇ ਵੱਲ ਧਿਆਨ ਰੱਖੀ। ਗਾਗੂ ਤੂੰ ਚਾਲੂ ਤੇ ਕਰ, ਮੈਥੋਂ ਹੋਰ ਸਬਰ ਨਹੀਂ ਹੁੰਦਾ। ਫੱਤੂ ਚਿੱਠੀ ਪੜ੍ਹਦਾ ਏ। ਜਨਾਬ ਮੇਰੇ ਭਾਈ ਸਾਹਿਬ ਫਤਿਹਦੀਨ ਸਾਹਿਬ ਫੱਤੂ ਜੱਟ को सलाम। गागू वालेकुम अस्सलाम। ਓਏ ਇਹ ਤਾਂ ਮੈਨੂੰ ਸਲਾਮ ਲਿਖਿਆ ਏ ਕੱਲੇ ਨੂੰ, ਤੂੰ ਖਾਮਖਾ ਜਵਾਬ ਦਿੱਤੀ ਜਾਂਦਾ ਏ। ਤੁਹਾਡੇ ਲੋਕਾਂ ਦੇ ਸਲਾਮ ਤੇ ਫਿਰ ਆਉਣਗੇ ਆਖਰ ਵਿੱਚ। ਗਾਗੂ ਓਏ ਵਿੱਚੋਂ ਰੋਕਿਆ ਨਾ ਕਰ ਫੱਤੂ ਛੇਤੀ ਨਾਲ। ਜਨਾਬ ਮੇਰੇ ਭਾਈ ਫਤਿਹਦੀਨ ਫੱਤੂ ਜੱਟ ਸਾਹਿਬ को अस्सलामु अलैकुम। बाद सलाम अलैकुम ते वाजिया हो के यहाँ राज़ी खुशी हूँ और आपकी खैरियत खुदावंद करीम से नेक मतलूब चाहता हूँ। पिंड से चल कर मैं वापस अपनी यूनिट में पहुँच गया हूँ और साहब को रिपोर्ट बोल दी है। साहब ने मेरे को दिल से लगा कर थापी दी है
और हमारी यूनिट को फ्रंट पर जाने का आर्डर बोल दिया है। हमने आर्डर सुनते ही या अली के नारे मारे और एक दूजे के गलों में फूलों के हार पाए। कल सवेरे हमारा मूव है सब को दर्जा बदर्जा सलाम देना, बेबे जी दी कबर ते जाके फुल पाना ते मेरा सलाम बोलना। पिंड में किसी किस्म का फ़िक्र नहीं होना चाहिए, हर आदमी अपने अपने काम पर लगे रहना चाहिए। जो आदमी जिस कार पर लगा होया है उसमें बढ़ चढ़ कर काम करना फ्रंट पर लड़ने के बराबर है। मैं इंशाअल्लाह गाजी बान के तमगे पा के सब गिराई दे कोल आवांगा। गागू इंशाअल्लाह। फतू अगे लिखदा है भाई अम्मा रिबा कोल कह के मेरे कोठे दी छत लिंबा रखना, नीम के बूटे को 3 डंग पानी देते रहना, सब भाइयों को दर्जा बदर्जा सलाम, सब को बोल देना अपने अपने काम पर खड़े होकर जहाद में हिस्सा लें। हर शख्स का काम ईमानदारी नेकी के साथ करया होया जंग जीतन में हमारी बहुत मदद करेगा। मासी को हथी बंदी सलाम देकर बोलना खुशी मोहम्मद आर्डर पाने पर वापस आ गया। सिपाही को जिनका शन मिलता है तो वो रह नहीं सकता। जौन सा काला जंदरा मैं तुमको दे आया था वो मेरे कोठे को मार देना, पुराना जंदरा ला के बाबे खैरे को देना। सबको दर्जा बजरदा सलाम, भाई दीन मोहम्मद दीने और गागू को सलाम। गागू वालेकुम अस्सलाम। फतू चौधरी साहब को सलाम, ताए को बहुत बहुत सलाम, पिंड के एक बंदे को सलाम। सब को बोलना हमारे मुल्क के हक अंदर दुआ करें, तुम्हारा सगा भाई लांस नाइक खुशी मोहम्मद। गागू वाह बे वाह, दिल खुश हो गया। फतू मैं क्या फिर यारां दा खत यारां दे नां। गागू मन गया बई तेरी यारी, जिउंदे रहो ते मौजा माणो। फतू लै फिर हुण चलां। मैं क्या यार एक गल ते दस। गल फिर इक्को ही पुछी ते नाले एक गल होर वे भाई। गागू लै हुण तू आपे ही फुट पिया ख्वाह मुखा। फतू अच्छा दस फिर। गागू गल वे भाई तू तां इल दाना कोको नहीं जानदा ते फिर ये चिट्ठी किवें पढ़ी जांदा है, यानी कि तेन तो पढ़ना लिखना ही नहीं आता तो तू ये हुण चिट्ठी किवें पढ़ी जाना। फतू ये चिट्ठी ये मेरे यार खुशी मुहम्मद दी है ते आपे ही बोलदी है ते मूहों मैं सुनी सी मुंशी होरां कोलों 3 वारी 10 वारी सूए ते बह के पकाई, जिथों भुल जांदा सी नाल ही मैं जिस हरफ तो भुल जांदा वो फिर जाके पुछ लैंदा सी मुंशी होरां कोलों ते बस वैंदियां वैंदियां याद हो गई। गागू नहीं रीसां तेरियां फतू जट नहीं रीसां। फतू अच्छा अमलिया तू बैठ के अरमान कर, चौधरी नू दस आवां भई ये चिट्ठी आई है ते ध्यान रखी मते चौधरी दे अड़के चढ़ जावें। गागू नहीं खैर सल्ला है, कुछ नहीं हुंदा चौधरी, तू बेफिक्र रह। फतू लै फिर सलाम अलैकुम। गागू वालेकुम सलाम। फतू चला जाता है तो गागू इधर उधर वेखदा है तो फतू वापस आके ओए गागू एक गल होर सी यार पुछण वाली, ते ये गल की सी भला। गागू लै मैनू की पता, ओहो गल सी आहो भला की सी। हाँ सच ये कि बई तू इन्ने दिन गैब किधर रिहा होए। गागू तेनू दस्या ते सी। फतू दस्या सी कदों भला, हुणे जे ये दस्या सी, हुणे अजे दस्या सी। आहो दस्या सी। फिर चंगा कोई गल नहीं आपे याद आ जाएगा। अच्छा लै फिर रब राखा। गागू रब राखा। फतू दे जान मगरों गागू इधर उधर वेख के जमीन उत्ते लम्मा पै जांदा है ते दूरों किसी दे गावण दी आवाज़ आउंदी है। गागू आवाज़ सुनदा है ते मुस्कुरांदा है। चौधरी हत्थ विच बंदूक फड़ के आउंदा है। चौधरी ओए तू किधर गया, किधरों आ गया है बदबख्ता। गागू उठ के चौधरी जी मैं चौधरी होर मैं तेरे किसे अगले पिछले नू पुछना आ पिया, किधर दफा होया सी ओए तू। गागू जी मैं इधर ही सी जी, बस
ਚੌਧਰੀ ਤੈਨੂੰ ਪਤਾ ਹੈ ਓਏ ਬੇਸ਼ਰਮਾ ਇਸ ਵੇਲੇ ਮੁਲਕ ਤੇ ਕਿੰਨੀ ਭੈੜ ਬਣੀ ਹੋਈ ਏ ਤੇ ਤੂੰ ਕਿਸੇ ਨੂੰ ਦੱਸੇ ਪੁੱਛੇ ਬਿਨਾਂ ਹੀ ਖਿਸਕ ਗਿਆ। ਓਏ ਤੈਨੂੰ ਸ਼ਰਮ ਨਾ ਆਈ? ਤੇਰਾ ਦਿਲ ਨਾ ਡੋਲਿਆ ਪਿੰਡ ਨੂੰ ਛੱਡਦਿਆਂ ਹੋਇਆਂ? ਗਾਗੂ ਮੈਂ ਤਾਂ ਸ਼ਹਿਰ ਗਿਆ ਸੀ ਚੌਧਰੀ। ਕਿੰਨੇ ਆਖਿਆ ਸੀ ਸ਼ਹਿਰ ਜਾਣ ਨੂੰ? ਕਿੰਦੇ ਕੋਲੋਂ ਪੁੱਛ ਕੇ ਗਿਆ ਸੀ ਤੂੰ ਓਏ ਸ਼ਹਿਰ ਨੂੰ? ਲੋਕੀ ਤੇ ਆਪਣੇ ਆਪਣੇ ਪਿੰਡਾਂ ਵਿੱਚ ਗੁੱਠਾਂ ਮਜ਼ਬੂਤ ਕਰਕੇ ਬੈਠਣ ਤੇ ਆਪਣੇ ਪਿੰਡ ਦੇ ਸੁਰਮੇ ਸ਼ਹਿਰ ਟੁਰ ਜਾਣ ਮੁੰਡਾਵੇ ਵੇਖਣ ਨੂੰ, ਯਾਨੀ ਕਿ ਕੋਈ ਥੀਏਟਰ ਸ਼ੀਏਟਰ। ਤੇ ਗਾਗੂ ਮੈਂ ਮੁੰਡਵਾ ਵੇਖਣ ਤੇ ਨਹੀਂ ਸੀ ਗਿਆ ਚੌਧਰੀ, ਤੇ ਫਿਰ ਕੋਈ ਹੋਰ ਨਸ਼ਾ ਪਾਣੀ ਕਰਨ ਗਿਆ ਹੋਣਾ। ਫੱਤੂ ਛੇਤੀ ਨਾਲ ਚੌਧਰੀ ਜੀ ਮੈਂ ਤੁਹਾਨੂੰ ਭਾਲਦਾ ਆਇਆ ਜੀ ਖੂਹ ਤੇ ਨਾਲੇ ਪੈਲੀਆਂ ਵਿੱਚ ਬਾਬੇ ਵਰਿਆਮ ਦੀ ਢੇਰੀ ਤੇ। ਫਿਰ ਤੁਹਾਡੀ ਕੋਈ ਉਗ ਸੁਗ ਨਹੀਂ ਮਿਲੀ। ਮੈਂ ਸੀ ਕਾਹਲੀ ਵਿੱਚ ਤੇ ਤੁਹਾਡਾ ਮਿਲਣਾ ਸੀ ਬਹੁਤ ਜ਼ਰੂਰੀ। ਚੌਧਰੀ ਕਿਉਂ ਖੈਰ ਤਾਂ ਹੈ? ਫੱਤੂ ਖੈਰ ਚੌਧਰੀ ਜੀ ਖੈਰ ਏ ਨਹੀਂ ਜੀ, ਸਭ ਅੱਲਾ ਦਾ ਫਜ਼ਲ ਏ, ਖੈਰ ਏ ਚਾਰੇ ਪਾਸੇ। ਤਾਂ ਨਾਲੇ ਮੈਂ ਜੀ ਤੁਹਾਨੂੰ ਭਾਲਦਾ ਖਜੂਰਾਂ ਵਾਲੀ ਬਸਤੀ ਵੱਲੇ ਵੀ। ਇਹ ਮੈਂ ਭੁੱਲ ਗਿਆ ਸਾਂ। ਸੁਣਾਓ ਤਗੜੇ ਜੇ? ਚੌਧਰੀ ਓਏ ਗੱਲ ਕੀ ਏ? ਭਾਲਦਾ ਕਿਉਂ ਫਿਰਦਾ ਸੀ? ਫੱਤੂ ਗੱਲ ਚੌਧਰੀ ਜੀ ਗੱਲ ਤੇ ਕੋਈ ਖ਼ਾਸ ਨਹੀਂ, ਬਸ ਤੁਹਾਡੇ ਨਾਲ ਕੰਮ ਸੀ ਇੱਕ ਜ਼ਰੂਰੀ। ਚੌਧਰੀ ਓਏ ਦੱਸ ਤਾਂ ਸਹੀ ਕੀ ਕੰਮ ਸੀ ਜ਼ਰੂਰੀ? ਚੌਧਰੀ ਓਏ ਦੱਸ ਤਾਂ ਸਹੀ ਕੀ ਕੰਮ ਸੀ ਜ਼ਰੂਰੀ? ਫੱਤੂ ਸਿਰ ਖੁਰਕ ਕੇ ਉਹ ਮੈਂ ਲਿਆਨਾ ਜੀ ਪੜਤਾਲ ਕਰਕੇ। ਪਹਿਲਾਂ ਮੈਂ ਟੁਰਾਂਗਾ ਘਰੋਂ ਤੇ ਸਿੱਧਾ ਆਊਂਗਾ ਟਾਹਲੀ ਥੱਲੇ। ਆਉਂਦਿਆਂ ਹੋਇਆਂ ਮੈਨੂੰ ਯਾਦ ਆਏਗਾ ਤੇ ਉਸੇ ਵੇਲੇ ਵੀ ਗਾਗੂ ਉਹ ਚਿੱਠੀ ਆਈ ਏ ਨੇਕ ਖੁਸ਼ੀ ਮੁਹੰਮਦ ਦੀ। ਫੱਤੂ ਨੇਕ ਖੁਸ਼ੀ ਮੁਹੰਮਦ ਦੀ ਚਿੱਠੀ ਤੈਨੂੰ ਕਿਵੇਂ ਪਤਾ ਹੈ? ਆਹੋ ਤੈਨੂੰ ਸਭ ਕੁਛ ਪਤਾ ਏ। ਚੌਧਰੀ ਓਏ ਕਿੱਧਰੋਂ ਆਈ ਉਹਦੀ ਚਿੱਠੀ ਮੇਰੇ ਪੁੱਤਰ ਦੀ? ਫੱਤੂ ਸਵੇਰੇ ਦੇ ਗਿਆ ਸੀ ਜੀ ਮੁਨਸ਼ੀ ਸਕੂਲ ਦਾ, ਤੇ ਮੈਂ ਚੁੱਕੀ ਫਿਰਨਾ ਨਾਲ ਖੜੋ ਜਾ ਖੇਸੀਆ ਫਰੋਲਦਾ ਹੈ ਤੇ ਖੂਹ ਤੇ ਮੈਂ ਧੋਤਾ ਸੀ ਮੂੰਹ ਤੇ ਚਿੱਠੀ ਰੱਖੀ ਸੀ ਤੇ ਖੜੋ ਜਾਇਆ ਜੇ ਮੈਂ ਹੁਣ ਲਿਆਨਾ ਭੱਜ ਕੇ। ਛੇਤੀ ਨਾਲ ਭੱਜ ਜਾਂਦਾ ਏ। ਚੌਧਰੀ ਗੱਲ ਕਰ ਭਾਈ ਮੇਰੇ ਨਾਲ। ਗਾਗੂ ਹੁਕਮ ਕਰੋ ਜੀ, ਜੋ ਵੀ ਪੁੱਛੋ। ਫੱਤੂ ਫਿਰ ਆਉਂਦਾ ਏ। ਫੱਤੂ ਚੌਧਰੀ ਜੀ ਉਹ ਚਿੱਠੀ ਸੁਣ ਲਓ ਪਹਿਲਾਂ ਮੇਰੇ ਕੋਲੋਂ, ਫਿਰ ਤੁਸੀਂ ਆਪ ਹਰਫ ਉਠਾ ਲਿਆ ਜੇ, ਮੈਂ ਚੁੱਕ ਲਿਆਉਣਾ ਖੂਹ ਤੋਂ। ਚੌਧਰੀ ਬਸ ਕਰ ਓਏ ਫੱਤੂ ਬਸ ਕਰ ਜਾ, ਤੇ ਪਹਿਲਾਂ ਚਿੱਠੀ ਚੁੱਕ ਲਿਆ ਫਿਰ ਮੇਰੇ ਨਾਲ ਗੱਲ ਕਰੀ। ਫੱਤੂ ਪਹਿਲਾਂ ਤੁਸੀਂ ਮੇਰੇ ਕੋਲੋਂ ਸੁਣ ਲਓ ਤੇ ਫਿਰ ਆਪ ਉਠਾ ਲਿਆ ਜੇ ਜਨਾਬ। ਤੇ ਭਾਈ साहेब फ़तेह फतू जट को अस्सलाम वालेकुम। बाद सलाम अलैकुम के बाद वाजिया हो के यहाँ पर राज़ी हूँ और आपकी खैरियत खुदावंद से नेक मतलूब चाहता हूँ। चौधरी ओए फतू हूँ रहन दे ओए ऐस वेले आपे लै आवांगा खूह तो गल कर। ओए तू भगौड़िया तू किधर लुकिया होया सैं? गागू दस्या ते है चौधरी जी भाई मैं चौधरी शहर गया सी। ओए क्यों गया सी? ओए तू उत्थे सानू दसे बिना। गागू बस जी एवें ही। चौधरी फड़ ओए फतू ऐस बेशरम नू ते लै चल पिंड वल्ले। फतू ओदी बांह फड़दा है चल बई हो जा सीधा। गागू चलो जी। फतू ओनू हौले हौले खिंचदा है ते अगां नहीं टुरदा। चौधरी गुस्से नाल ओदी बांह फड़ के खिंचदा है ते आखदा है चौधरी चलदा है कि नहीं सीधा हो के। गागू पीड़ महसूस करके हाय करदा है हाय हाय चलना। हाँ जी मेरी बांह छड़ दिओ। चौधरी की होया तेरी बांह नू? वड्डिया नाजका। गागू कुछ नहीं। चौधरी चल फिर सीधी तरह। गागू पीड़ पारों दोहरा हो जाता है तो जमीन उत्ते बह जाता है। चौधरी झुक के ओदी कमीज़ दा बाजू चुकदा है। चौधरी दिखा खां ओए तू फीम दी पोटली बद्धी इत्थे कमीज़ दे बाजू थल्ले पट्टी बद्धी होंदी है। ते गागू मैं शहर गया सी चौधरी जी। चौधरी मैं पुछना कि ये की है? गागू मेरे जे भुखे नंगे औंतरे कोल चौधरी जी अपनियां
ਫੌਜਾਂ ਨੂੰ ਦੇਣ ਲਈ ਕੁਛ ਵੀ ਨਹੀਂ ਸੀ। ਸਾਰੇ ਆਪਣੇ ਆਪਣੇ ਥਾਈਂ ਕੁਝ ਨਾ ਕੁਝ ਕਰੀ ਜਾਂਦੇ ਸਨ ਤੇ ਮੈਂ ਨਹਿਰ ਕੰਢੇ ਆਪਣੀ ਤਕਦੀਰ ਨੂੰ ਰੋਂਦਾ ਸਾਂ। ਨਹਿਰ ਦੀ ਕੋਠੀ 'ਤੇ ਜਦੋਂ ਰੇਡੀਓ ਨੇ ਇਹ ਆਖਿਆ ਬਈ ਆਪਣੇ ਜਵਾਨਾਂ ਲਈ ਲਹੂ ਦਿਓ, ਤੇ ਮੇਰੀਆਂ ਅੱਖਾਂ ਅੱਗੇ ਚਾਨਣ ਆ ਗਿਆ ਤੇ ਮੈਂ ਉੱਥੋਂ ਹੀ ਪਿੱਛੇ ਪੈਰੀਂ ਤੁਰ ਪਿਆ ਤੇ ਸ਼ਹਿਰ ਅੱਪੜ ਗਿਆ। ਡਾਕਦਾਰ ਨੇ ਮੇਰੇ ਨਾਲ ਬੜਾ ਥਰੋ ਕੀਤਾ। ਇੱਕ ਬੋਤਲ ਰੱਤ ਲੈ ਕੇ ਮੈਨੂੰ ਉਠਾ ਦਿੱਤਾ। ਮੇਰੇ ਸਰੀਰ ਵਿੱਚ ਹਾਲੀ ਹੋਰ ਵੀ ਲਹੂ ਏ। ਮੈਂ 2 ਦਿਨਾਂ ਦਾ ਪਿੰਡ ਵਾਲਿਆਂ ਤੋਂ ਮੂੰਹ ਲੁਕਾਈ ਫਿਰਦਾ ਬਈ ਗਿਆ ਵੀ ਤੇ ਦੇਖ ਕੇ ਕੀ ਆਇਆ। ਇੱਕੋ ਬੋਤਲ। ਚੌਧਰੀ ਦੋਵੇਂ ਹੱਥ ਫੈਲਾ ਕੇ ਇੱਧਰ ਆ ਓਏ ਇੱਧਰ ਆ ਮੇਰਿਆ ਪੁੱਤਰ ਗੁਲਾਮ ਮੁਹੰਮਦਾ, ਮੇਰੀ ਛਾਤੀ ਨਾਲ ਲੱਗ ਜਾ। ਤੂੰ ਐਸ ਪਿੰਡ ਦਾ ਸੂਰਮਾ ਪੁੱਤਰ ਏ। ਹਿੱਕ ਨਾਲ ਲਾ ਕੇ ਮੈਨੂੰ ਮਾफ़ ਕਰ ਦੇ ਪੁੱਤਰ ਓਏ। ਅਸੀਂ ਸਾਰੇ ਹੀ ਭੁਲੇਖੇ ਵਿੱਚ ਸਾਂ। ਤੂੰ ਤਾਂ ਐਸ ਪਿੰਡ ਦਾ ਸ਼ੇਰ ਪੁੱਤਰ ਨਿਕਲਿਆ ਹੈ। ਯਾਨੀ ਕਿ ਇਸ ਕਹਾਣੀ ਦੇ ਵਿੱਚ ਇਹ ਦੱਸਿਆ ਗਿਆ ਕਿ ਗਾਗੂ ਜਿਹੜਾ ਕਿ ਇੱਕ ਪਿੰਡ ਦਾ ਨਸ਼ਈ ਹੁੰਦਾ, ਇਸ ਦੇ ਬਾਵਜੂਦ ਜਦੋਂ ਫਰੰਟ ਲਾਈਨ 'ਤੇ ਫੌਜੀਆਂ ਨੂੰ ਖੂਨ ਦੀ ਲੋੜ ਪੈਂਦੀ ਹੈ ਤਾਂ ਉਹ ਰੇਡੀਓ ਤੋਂ ਖਬਰ ਸੁਣ ਕੇ ਤੇ ਉਹ ਜਾਂਦਾ ਸ਼ਹਿਰ ਖੂਨ ਦੇਣ ਲਈ। ਖੂਨ ਦੇ ਕੇ ਆਉਂਦਾ ਤੇ ਉੱਥੇ ਡਾਕਦਾਰ ਦੀ ਇੱਕ ਬੋਤਲ ਖੂਨ ਲੈ ਕੇ ਕਹਿੰਦਾ ਕਿ ਤੂੰ ਚਲਾ ਜਾ। ਲੇਕਿਨ ਉਹਦਾ ਦਿਲ ਹੁੰਦਾ ਕਿ ਮੈਂ ਆਪਣਾ ਸਰੀਰ ਦਾ ਸਾਰਾ ਖੂਨ ਨਿਚੋੜ ਦਿਆਂ, ਕਿ ਇੱਕ ਜਜ਼ਬਾ ਹੁੰਦਾ ਹੈ ਆਪਣੇ ਵਤਨ ਲਈ। ਅਤੇ ਉਹ ਖੂਨ ਦੇ ਕੇ ਜਦੋਂ ਆਉਂਦਾ ਵਾਪਸ ਪਿੰਡ ਅਤੇ ਉਹ ਫੱਤੂ ਨਾਲ ਮੁਲਾਕਾਤ ਹੁੰਦੀ ਹੈ, ਉੱਥੇ ਚਿੱਠੀ ਸੁਣਾਉਂਦਾ। ਉਸ ਤੋਂ ਬਾਅਦ ਫਿਰ ਚੌਧਰੀ ਆਉਂਦਾ। ਚੌਧਰੀ ਆ ਕੇ ਉਹਦੇ ਕੋਲੋਂ ਪੁੱਛ ਪ੍ਰਤੀਤ ਕਰਦਾ, ਤੂੰ ਕਿਤੇ ਗਿਆ ਹੈ? ਇੰਨਿਆਂ ਦਿਨਾਂ ਤੋਂ ਤੇਰੀ ਤਾਂ ਖਬਰ ਲੱਗੀ ਪਈ ਹੈ ਵੀ ਤੂੰ ਲੱਭ ਜਾ, ਅਤੇ ਜੇ ਅਗਰ ਇਹ ਕੋਈ ਵਾਧਾ ਘਾਟਾ ਕਰੇ ਅਤੇ ਉੱਚਾ ਨੀਵਾਂ ਕਰੇ ਅਸੀਂ ਇਹਦੇ ਜ਼ਿੰਮੇਦਾਰ ਨਹੀਂ। ਤੂੰ ਦੱਸ ਕਿਤੇ ਗਿਆ ਸੀ? ਇਹਦੇ ਬਾਂਹ ਭੱਦਣ ਅਤੇ ਉਹਦੇ ਬਾਂਹ ਦੇ ਉੱਤੇ ਜ਼ਖਮ ਹੁੰਦਾ ਅਤੇ ਉਹ ਤਕਲੀਫ ਨਾਲ ਵਿਚਾਰਾ ਚੀਕਦਾ। ਅਤੇ ਚੌਧਰੀ ਉਹਨੂੰ ਫੜ ਕੇ ਕਹਿੰਦਾ ਕਿ ਤੂੰ ਕੀ ਬੰਦੀ ਫਿਰਦਾ? ਉਹ ਸਮਝਦੇ ਨੇ ਕਿ ਇੱਥੇ ਪਤਾ ਨਹੀਂ ਕੋਈ ਇਹਨੇ ਅਫੀਮ ਦੀ ਬੋਟਲੀ ਬੰਨੀ ਹੋਈ ਹੈ ਅਤੇ ਉਹਨੂੰ ਖਿੱਚਦੇ ਨੇ ਤਾਂ ਵੇਖਦਾ ਕਿ ਉਹਦੇ ਪੱਟੀ ਹੁੰਦੀ ਹੈ ਅਤੇ ਪੱਟੀ ਵੇਖ ਕੇ ਅਤੇ ਚੌਧਰੀ ਆਂਦਾ ਇਹ ਕੀ ਹੈ? ਉਹ ਕਹਿੰਦਾ ਕਿ ਚੌਧਰੀ ਸਾਹਿਬ ਮੈਂ ਰੇਡੀਓ ਤੋਂ ਸੁਣਿਆ ਕਿ ਸਾਡੇ ਫੌਜੀ ਜਵਾਨਾਂ ਨੂੰ ਖੂਨ ਦੀ ਲੋੜ ਸੀ, ਇਸ ਕਰਕੇ ਮੈਂ ਉਹ ਖਬਰ ਸੁਣੀ ਅਤੇ ਮੈਂ ਸ਼ਹਿਰ ਖੂਨ ਦੇਣ ਲਈ ਗਿਆ, ਪਰ ਡਾਕਦਾਰ ਨੇ ਮੇਰੇ ਨਾਲ ਧੋਖਾ ਕੀਤਾ। ਮੇਰੇ ਵਿੱਚ ਤਾਂ ਅਜੇ ਖੂਨ ਦੀਆਂ ਹੋਰ ਬੋਤਲਾਂ ਵੀ ਸੀ, ਲੇਕਿਨ ਉਸ ਇੱਕੋ ਲੈ ਕੇ ਮੈਨੂੰ ਉਠਾ ਦਿੱਤਾ ਅਤੇ ਮੈਂ 2 ਦਿਨਾਂ ਦਾ ਮੂੰਹ ਲੁਕਾਈ ਫਿਰਦਾ ਕਿ ਪਿੰਡ ਵਾਲੇ ਇਹ ਨਾ ਆਖਣ ਕਿ ਗਿਆ ਵੀ ਸ਼ਹਿਰ ਸੀ ਖੂਨ ਦੇਣ ਅਤੇ ਦੇ ਕੇ ਕੀ ਆਇਆ? ਇੱਕੋ ਬੋਤਲ ਖੂਨ ਦੀ। ਅਤੇ ਇਹ ਸੁਣ ਕੇ ਖੁਸ਼ੀ ਜਿਹੜਾ ਚੌਧਰੀ ਹੈ ਉਹਦੇ ਦਿਲ 'ਚ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਵੇਖੋ ਕਿ ਮੁਲਕ ਦੇ ਵਿੱਚ ਜਦੋਂ ਵੀ ਕੋਈ ਉਹਦੇ 'ਤੇ ਹਰਫ ਆਉਂਦਾ ਹੈ ਜਾਂ ਉਹਦੇ 'ਤੇ ਕੋਈ ਜੰਗ ਲੱਗਦੀ ਹੈ, ਉਸ ਵਕਤ ਸਾਡੇ ਪਿੰਡ ਦੇ ਵੇਖੋ ਨੌਜਵਾਨ ਹੈ ਇੱਕ ਨਸ਼ਈ ਵੀ ਜਿਹੜਾ ਹੈ ਅਗਾਂਹ ਵੱਧ ਗਿਆ ਅਤੇ ਉਹਨੂੰ ਖੁਸ਼ ਹੋ ਕੇ ਸੀਨੇ ਨਾਲ ਲਾਉਂਦਾ ਅਤੇ ਆਉਂਦਾ ਹੈ ਉੱਠ ਪੁੱਤਰ ਸੀਨੇ ਲੱਗ ਜਾ, ਤੂੰ ਤਾਂ ਮੇਰੇ ਪਿੰਡ ਦਾ ਸੂਰਮਾ ਪੁੱਤਰ ਹੈ। ਇਸ ਕਰਕੇ ਸਬਕ ਖ਼ਤਮ ਹੋ ਜਾਂਦਾ ਹੈ। ਇਹਦੇ ਵਿੱਚ ਹੀ ਗਾਗੂ ਕੌਣ ਸੀ, ਇੱਕ ਨਸ਼ਈ ਸੀ, ਫੱਤੂ ਕੌਣ ਸੀ, ਇੱਕ ਅਨਪੜ੍ਹ ਜਿਹੜਾ ਉਹ ਚਿੱਠੀ ਲੈਣ ਜਾਂਦਾ, ਖੁਸ਼ੀ ਮੁਹੰਮਦ ਕੌਣ ਸੀ, ਖੁਸ਼ੀ ਮੁਹੰਮਦ ਕੀ ਚਿੱਠੀ ਦੇ ਵਿੱਚ ਆਖਦਾ, ਇਹ ਗੱਲਾਂ ਜਿਹੜੀਆਂ ਨੇ ਚੰਦ ਇਹਨਾਂ ਦੇ ਹਵਾਲੇ ਨਾਲ। ਫਿਰ ਚੌਧਰੀ ਸਾਹਿਬ ਜਿਹੜੇ ਨੇ ਉਹ ਕੌਣ ਸਨ, ਪਿੰਡ ਦੇ ਨੰਬਰਦਾਰ ਸਨ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਸਬਕ ਦੇ ਵਿੱਚ ਉਹ ਕੁਐਸਚਨ ਬਣ ਕੇ ਆ ਸਕਦਾ ਅਤੇ ਤੁਸੀਂ ਉਹਨਾਂ ਦੇ ਜਵਾਬ ਲਿਖਣੇ ਨੇ। ਟੂ ਦੀ ਪੁਆਇੰਟ ਗੱਲ ਜਿਹੜੀ ਹੈ ਨਾ ਉਹ ਹੀ ਸਾਰਿਆਂ ਤੋਂ ਬੈਸਟ ਹੁੰਦੀ ਹੈ। ਇਹ ਨਹੀਂ ਕਿ ਬਸ ਤੁਸੀਂ ਲਿਖੀ ਆਓ ਪੇਪਰ ਦੇ ਵਿੱਚ। ਬਸ ਅਗਰ ਪੁੱਛਿਆ ਗਿਆ ਖੁਸ਼ੀ ਮੁਹੰਮਦ ਕੌਣ ਸੀ ਤਾਂ ਤੁਸੀਂ ਦੱਸਣਾ ਖੁਸ਼ੀ ਮੁਹੰਮਦ ਪਿੰਡ ਦਾ ਇੱਕ ਫੌਜੀ ਸੀ ਜਿਹੜਾ ਫਰੰਟ ਲਾਈਨ 'ਤੇ ਜਾ ਕੇ ਉਹ ਜੰਗ ਲੜਦਾ। ਅਤੇ ਗਾਗੂ ਕੌਣ ਸੀ? ਗਾਗੂ ਇੱਕ ਨਸ਼ਈ ਸੀ ਪਿੰਡ ਦਾ ਜਿਹੜਾ ਕਿ ਖੂਨ ਦੇਣ ਲਈ ਸ਼ਹਿਰ ਜਾਂਦਾ ਹੈ। ਅਤੇ ਅਗਰ ਇਹ ਕੁਐਸਚਨ ਆ ਜਾਏ ਕਿ ਗਾਗੂ ਸ਼ਹਿਰ ਕੀ ਕਰਨ ਗਿਆ ਸੀ, ਤੁਸੀਂ ਇਹ ਆਖਣਾ ਕਿ ਸ਼ਹਿਰ ਉਹ ਖੂਨ ਦੇਣ ਜਾਂਦਾ ਹੈ। ਰੇਡੀਓ ਤੋਂ ਸੁਣਦਾ ਜਦੋਂ ਫੌਜੀਆਂ ਨੂੰ ਲੋੜ ਹੈ ਖੂਨ ਦੀ ਅਤੇ ਉਹ ਖੂਨ ਦੇਣ ਲਈ ਸ਼ਹਿਰ ਜਾਂਦਾ ਹੈ। ਅਤੇ ਫਿਰ ਇਹ ਸਾਰੀ ਸਟੋਰੀ ਦੇ ਜਿਹੜੇ ਕਿਰਦਾਰ ਨੇ ਉਹਨਾਂ ਰਾਹੀਂ ਸਵਾਲ ਜਵਾਬ ਜਿਹੜੇ ਨੇ ਉਹ ਗਰਾਣ ਅਤੇ ਉਹਨਾਂ ਦੇ ਜਵਾਬ ਦੇਣੇ ਨੇ। ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਨਵੀਂ ਵੀਡੀਓ ਲੈ ਕੇ ਅਸੀਂ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਰੱਬ ਰਾਖਾ। ਅੱਲਾ ਨਿਗਹਿਬਾਨ।